ਸਤਿ ਸ੍ਰੀ ਅਕਾਲ। ਉੱਤਰ ਪ੍ਰਦੇਸ਼ ਵਿੱਚ ਇਸ ਵਾਰ ਕੁਝ ਬੜਾ ਕਮਾਲ ਦਾ ਹੋ ਰਿਹਾ। ਸ਼ਾਇਦ ਉਹ ਪੰਜਾਬ ਨੂੰ ਡਾਇਰੈਕਟਲੀ ਇੰਪੈਕਟ ਨਹੀਂ ਕਰਦਾ, ਲੇਕਿਨ ਸਾਨੂੰ ਸਾਰਿਆਂ ਨੂੰ ਇੰਪੈਕਟ ਕਰਨ ਵਾਲੀ ਗੱਲ ਹੈ। ਸੋ ਮੈਨੂੰ ਲੱਗਿਆ ਉਹਦੀ ਚਰਚਾ ਕਰਨੀ ਬੜੀ ਜ਼ਰੂਰੀ ਹੈ। ਪੰਜਾਬ ਦੇ ਨਾਲ ਨਾਲ ਉੱਤਰ ਪ੍ਰਦੇਸ਼ 'ਚ ਵੀ ਸਟੇਟ ਵਿੱਚ ਚੋਣਾਂ ਹੋਣਗੀਆਂ ਤੇ ਇੱਕ ਰੇਪ ਸਰਵਾਈਵਰ ਦੀ ਮਾਂ ਨੂੰ ਕਾਂਗਰਸ ਵੱਲੋਂ ਟਿਕਟ ਮਿਲੀ ਹੈ ਇਸ ਵਾਰ ਇਲੈਕਸ਼ਨ ਲੜਨ ਦੀ। ਆਸ਼ਾ ਸਿੰਘ ਉਨਾਓ ਰੇਪ ਕੇਸ 2017 ਵਿੱਚ ਇਸ ਕੇਸ ਦਾ ਬਹੁਤ ਚਰਚਾ ਹੋਈ, ਬਹੁਤ ਆਕਰੋਸ਼ ਵੀ ਹੋਇਆ ਤੇ ਉਹਦੀ ਮਾਂ ਆਸ਼ਾ ਸਿੰਘ ਇਸ ਵਾਰ ਚੋਣ ਲੜੇਗੀ ਉਸੇ ਥਾਂ ਤੋਂ ਜਿੱਥੋਂ 4 ਵਾਰ ਦਾ MLA ਉਹਦੇ ਤੇ ਇਲਜ਼ਾਮ ਲੱਗੇ ਸੀਗੇ ਇਸ ਰੇਪ ਦੇ ਤੇ ਇਸ ਵੇਲੇ ਉਹ ਜੇਲ੍ਹ 'ਚ ਹੈ। 2017 ਦਾ ਇਹ ਕੇਸ ਹੈ ਜਦੋਂ ਇੱਕ ਟੀਨੇਜ ਕੁੜੀ ਦਾ ਰੇਪ ਕੀਤਾ ਸੀਗਾ ਅਲੈਜਡਲੀ BJP MLA ਕੁਲਦੀਪ ਸਿੰਘ ਸੈਂਗਰ ਨੇ। 4 ਵਾਰ ਦੇ BJP MLA ਨੂੰ ਇੱਕ ਦਿੱਲੀ ਦੇ ਕੋਰਟ ਨੇ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਦਿੱਤੀ। ਇੰਨਾ ਹੀ ਨਹੀਂ, 2018 ਵਿੱਚ ਉਸ ਰੇਪ ਸਰਵਾਈਵਰ ਦੇ ਪਿਤਾ ਨੂੰ ਕਿਹਾ ਜਾ ਰਿਹਾ ਕਿ ਐਲੀਜਡਲੀ ਫਰੇਮ ਕੀਤਾ ਗਿਆ ਸੀਗਾ, ਯਾਨੀ ਕਿ ਝੂਠਾ ਕੇਸ ਬਣਾਇਆ ਗਿਆ ਸੀਗਾ ਆਰਮਸ ਐਕਟ ਦੇ ਕੇਸ ਵਿੱਚ ਤੇ ਉਹਦੀ ਜੁਡੀਸ਼ੀਅਲ ਕਸਟਡੀ ਵਿੱਚ ਮੌਤ ਹੋ ਗਈ ਸੀ। ਬਹੁਤ ਹੀ ਸੰਦਿਗਧ ਇਹ ਸਰਕਮਸਟੈਂਸਸ ਸੀਗੇ। ਫਿਰ 2019 ਵਿੱਚ ਇੱਕ ਕਾਰ ਵਿੱਚ ਜਦੋਂ ਇਹ ਰੇਪ ਸਰਵਾਈਵਰ ਕੋਰਟ ਵਿੱਚ ਜਾ ਰਹੀ ਸੀ ਆਪਣੇ ਵਕੀਲ ਆਪਣੇ 2 ਮਹਿਲਾ ਰਿਸ਼ਤੇਦਾਰਾਂ ਦੇ ਨਾਲ, ਉਸ ਵੇਲੇ ਇੱਕ ਬਹੁਤ ਸਪੀਡ ਨਾਲ ਆਉਂਦੇ ਟਰੱਕ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਦੀ ਗੱਡੀ ਨੂੰ ਹਿੱਟ ਕੀਤਾ ਸੀਗਾ। ਇਹਦੀਆਂ 2 ਮਹਿਲਾ ਰਿਸ਼ਤੇਦਾਰਾਂ ਦੀ ਮੌਤ ਹੋ ਗਈ ਸੀ, ਜਦਕਿ ਇਹ ਕੁੜੀ ਤੇ ਇਹਦਾ ਵਕੀਲ ਬਹੁਤ ਬੁਰੀ ਤਰ੍ਹਾਂ ਇੰਜਰ ਹੋਏ ਸੀਗੇ ਪਰ ਬਚ ਗਏ ਸੀਗੇ। ਸੋ ਇਸ ਕੁੜੀ ਦੀ ਮਾਂ ਨੂੰ ਇਸ ਵਾਰ ਟਿਕਟ ਮਿਲੀ ਹੈ। ਮੈਨੂੰ ਲੱਗਦਾ ਇਹ ਬੜੀ ਕਮਾਲ ਦੀ ਗੱਲ ਹੈ। ਪਾਰਟੀਆਂ ਦੀ ਜਾਂ ਪੋਲਿਟਿਕਸ ਦੀ ਗੱਲ ਨਾ ਕਰੀਏ, ਅੱਛੀ ਪੋਲੀਟੀਕਲ ਮੂਵ ਹੈ ਕਾਂਗਰਸ ਦੀ ਹੋ ਸਕਦੀ ਹੈ, ਲੇਕਿਨ ਇਹ ਇੱਕ ਦਰਵਾਜ਼ਾ ਖੋਲ੍ਹਦੀ ਹੈ ਸਾਡੇ ਉਸ ਸਮਾਜ ਵਿੱਚ ਜਿੱਥੇ ਇੱਕ ਰੇਪ ਸਰਵਾਈਵਰ ਜਿਹਦਾ ਖੁਦ ਦਾ ਕੋਈ ਕਸੂਰ ਨਹੀਂ ਹੁੰਦਾ ਪਰ ਉਹਦਾ ਉਸ ਸਮਾਜ ਵਿੱਚ ਰਹਿਣਾ, ਉਹਦੇ ਪਰਿਵਾਰ ਦਾ ਰਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। 90% ਇਹੋ ਜਿਹੇ ਕੇਸ ਹੁੰਦੇ ਨੇ ਜਦੋਂ ਰੇਪ ਸਰਵਾਈਵਰ ਨੂੰ ਤੇ ਉਹਦੇ ਪਰਿਵਾਰ ਨੂੰ ਹੀ ਜਿੱਥੇ ਉਹ ਰਹਿੰਦੇ ਨੇ ਉਹ ਇਲਾਕਾ, ਉਹ ਘਰ ਖਾਲੀ ਕਰਕੇ ਬਿਲਕੁਲ ਹੀ ਅਲੱਗ ਸ਼ਹਿਰ ਵਿੱਚ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨੀ ਪੈਂਦੀ ਹੈ ਤੇ ਸਾਰੀ ਉਮਰ ਉਹਦੇ ਨਾਲ ਇੱਕ ਰੇਪ ਸਰਵਾਈਵਰ ਹੋਣ ਦਾ ਤਮਗਾ ਲੱਗ ਜਾਂਦਾ ਹੈ ਜਿਹੜਾ ਉਹਨੂੰ ਜ਼ਿੰਦਗੀ 'ਚ ਬੜਾ ਪਰੇਸ਼ਾਨ ਕਰਦਾ ਹੈ, ਚਾਹੇ ਉਹ ਪ੍ਰੋਫੈਸ਼ਨਲ ਉਹਦੇ ਰਿਲੇਸ਼ਨਸ਼ਿਪਸ ਹੋਣ ਜਾਂ ਪਰਸਨਲ ਰਿਲੇਸ਼ਨਸ਼ਿਪਸ ਹੋਣ। ਸੋ ਮੈਨੂੰ ਲੱਗਦਾ ਕੁਝ ਇਹੋ ਜਿਹਾ ਹੋਣਾ, ਚਾਹੇ ਇਲੈਕਸ਼ਨ ਜਿੱਤਣ ਜਾਂ ਹਾਰਨ ਆਸ਼ਾ ਸਿੰਘ ਇਸ ਕੁੜੀ ਦੀ ਮਾਂ, ਪਰ ਇਹ ਇੱਕ ਬੜੀ ਕਮਾਲ ਦੀ ਗੱਲ ਹੈ ਕਿ ਅਸੀਂ ਇੱਕ ਦਰਵਾਜ਼ਾ ਖੋਲ੍ਹ ਰਹੇ ਹਾਂ, ਸ਼ਾਇਦ ਇੱਕ ਸੋਸ਼ਲ ਐਕਸੈਪਟੈਂਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਜਿਹੜਾ ਕ੍ਰਾਈਮ ਅਗੇਂਸਟ ਵਿਮਨ ਲਈ ਬੜਾ ਹੀ ਨੋਟੋਰੀਅਸ ਨਾਮ ਜਿਹਨੇ ਕਮਾ ਲਿਆ। ਹਥਰਸ ਉਨਾਓ ਇਹ ਬੜੇ ਵੱਡੇ ਰੇਪ ਕੇਸਿਸ ਹੋਏ ਨੇ ਤੇ ਬਹੁਤ ਹੀ ਮੈਨੂੰ ਲੱਗਦਾ ਕਰੂਰ ਤਰੀਕੇ ਨਾਲ ਇਹਨੂੰ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਸੀਗਾ ਇਹਨਾਂ ਕੇਸਿਸ ਵਿੱਚ। ਸੋ ਇਹ ਇੱਕ ਮੈਨੂੰ ਲੱਗਦਾ ਬਹੁਤ ਹੀ ਵਧੀਆ ਐਗਜ਼ਾਮਪਲ ਹੈ ਕਾਂਗਰਸ ਦੀ ਅੱਛੀ ਪੋਲੀਟੀਕਲ ਮੂਵ ਜਿਹੜੀ 3 ਦਹਾਕਿਆਂ ਤੋਂ 50 ਸੀਟਾਂ ਵੀ ਸਟੇਟ ਵਿੱਚ ਨਹੀਂ ਜਿੱਤ ਪਾ ਰਹੀ ਹੈ। ਉਹ ਕੋਸ਼ਿਸ਼ ਕਰ ਰਹੀ ਹੈ, ਕਿਹਾ ਹੈ ਕਿ ਇਸ ਵਾਰੀ 40% ਜਿਹੜੀਆਂ ਟਿਕਟਾਂ ਨੇ ਉਹ ਔਰਤਾਂ ਨੂੰ ਦਿੱਤੀਆਂ ਜਾਣਗੀਆਂ। ਕੁਝ ਹੋਰ ਜੇ ਇਹਨਾਂ ਦੀ ਟਿਕਟਾਂ ਦੀ ਗੱਲ ਕਰਾਂ ਤਾਂ ਇੱਕ ਆਸ਼ਾ ਵਰਕਰ ਜਿਹਨੂੰ ਪੁਲਿਸ ਵੱਲੋਂ ਬਹੁਤ ਮਾਰਿਆ ਕੁੱਟਿਆ ਗਿਆ ਸੀਗਾ ਜਦੋਂ ਇੱਕ ਵਾਰ ਉਹ CM ਯੋਗੀ ਨੂੰ ਮਿਲਣ ਜਾ ਰਹੀ ਸੀਗੀ, ਇਸ ਤਰ੍ਹਾਂ ਦੀ ਇੱਕ ਔਰਤ ਨੂੰ ਟਿਕਟ ਦਿੱਤੀ ਗਈ ਹੈ। ਇੱਕ ਹੋਰ ਇਹੋ ਜਿਹੀ ਔਰਤ ਹੈ ਜਿਹੜੀ ਵੈਸੇ ਕਾਂਗਰਸ ਦੀ ਹੀ ਵਰਕਰ ਸੀ ਪਰ ਸੋਸ਼ਲ ਐਕਟਿਵਿਸਟ ਰਹੀ ਹੈ, ਉਹ ਅਰੈਸਟ ਹੋਈ ਸੀ ਤੇ ਉਹਨੇ ਇਹ ਦਾਅਵਾ ਕੀਤਾ ਸੀਗਾ ਅਲੈਜਡ ਇਹਦੇ ਉੱਤੇ ਸੀਗਾ ਪੁਲਿਸ ਦੇ ਉੱਤੇ ਕਿ ਉਹਨੇ ਜੇਲ੍ਹ ਵਿੱਚ ਉਹਨੂੰ ਟੌਰਚਰ ਕੀਤਾ ਜਦੋਂ anti-CAA ਪ੍ਰੋਟੈਸਟ ਵਿੱਚ ਅਰੈਸਟ ਹੋਈ ਸੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਔਰਤਾਂ ਨੂੰ ਟਿਕਟਸ ਦੇ ਰਹੀ ਹੈ। 40% ਟਿਕਟਾਂ ਕਾਂਗਰਸ ਇਸ ਵਾਰ ਦੇਣ ਵਾਲੀ ਹੈ ਔਰਤਾਂ ਨੂੰ। ਬੜੀ ਇੰਟਰਸਟਿੰਗ ਇਹ ਗੱਲ ਮੈਨੂੰ ਲੱਗਦਾ ਹੈ। ਪੋਲੀਟੀਕਲ ਮੂਵ ਬਹੁਤ ਅੱਛੀ ਹੈ ਲੇਕਿਨ ਸਾਡੇ ਦੇਸ਼ ਵਿੱਚ ਇੱਕ ਅੱਛੀ ਸ਼ੁਰੂਆਤ ਹੈ ਜਿਹਨੂੰ ਸ਼ਾਇਦ ਅੱਗੇ ਹੋਰ ਸਾਨੂੰ ਅਪਣਾਉਣਾ ਚਾਹੀਦਾ ਹੈ। ਵੈਸੇ ਗੱਲ ਇਹ ਵੀ ਹੈ ਕਿ ਕਾਂਗਰਸ ਇਹੀ ਸੇਮ ਚੀਜ਼ ਪੰਜਾਬ ਵਿੱਚ ਨਹੀਂ ਕਰ ਰਹੀ ਹੈ। 86 ਕੈਂਡੀਡੇਟਸ ਅਨਾਉਂਸ ਕੀਤੇ ਨੇ ਇਸ ਵੇਲੇ ਕਾਂਗਰਸ ਨੇ ਪੰਜਾਬ ਦੀ ਚੋਣਾਂ ਲਈ, ਜਿਸ 'ਚੋਂ ਸਿਰਫ 9 ਔਰਤਾਂ ਨੇ। ਸੋ 40% ਦਾ ਜਿਹੜਾ ਅੰਕੜਾ ਹੈ, ਜੇ ਬਾਕੀ ਬਚੀਆਂ 31 ਸੀਟਾਂ 117 ਚੋਂ ਜੇ 31 ਦੀਆਂ 31 ਵੀ ਔਰਤਾਂ ਨੂੰ ਜਾਣ ਤਾਂ ਵੀ ਟੋਟਲ 40 ਬਣਦਾ 117 ਚੋਂ, ਯਾਨੀ ਕਿ 40% ਦਾ ਅੰਕੜਾ ਕਾਂਗਰਸ ਤਾਂ ਵੀ ਨਹੀਂ ਛੋ ਪਾਏਗੀ। ਵੈਸੇ ਕੋਈ ਇਹੋ ਜਿਹਾ ਵਾਅਦਾ ਜਿਹੜਾ UP 'ਚ ਕੀਤਾ 40% ਦਾ ਉਹ ਪੰਜਾਬ 'ਚ ਨਹੀਂ ਕੀਤਾ, ਲੇਕਿਨ ਇਹਦੇ ਤੋਂ ਇਹ ਵੀ ਸਾਫ਼ ਹੁੰਦਾ ਕਿ ਇਹ ਸਿਰਫ ਇੱਕ ਪੋਲੀਟੀਕਲ ਮੂਵ ਹੈ। ਪ੍ਰਿਯੰਕਾ ਵਾਡਰਾ ਜਿਹਨੂੰ ਕ੍ਰੈਡਿਟ ਦਿੱਤਾ ਜਾ ਰਿਹਾ ਜਿਹਦਾ ਇਹ ਬ੍ਰੇਨ ਚਾਈਲਡ ਹੈ, ਜਿਹਨੇ ਕਿਹਾ ਕਿ UP 'ਚ ਮੈਂ ਇਸ ਵਾਰ ਇਸ ਤਰ੍ਹਾਂ ਕਰਨਾ ਚਾਹੁੰਦੀ ਹਾਂ, ਉਹਨੇ ਪੰਜਾਬ 'ਚ ਇਹਨੂੰ ਦੁਬਾਰਾ ਇੱਥੇ ਨਹੀਂ ਕੀਤਾ ਕਿਉਂਕਿ ਸਿਰਫ 9% ਦੇ ਨੇੜੇ ਤੇੜੇ ਇਸ ਵੇਲੇ ਜੇ ਤੁਸੀਂ ਦੇਖੋਗੇ ਤਾਂ ਔਰਤਾਂ ਨੂੰ ਟਿਕਟਾਂ ਮਿਲ ਰਹੀਆਂ ਨੇ ਪੰਜਾਬ ਵਿੱਚ। ਲੇਕਿਨ ਇੱਕ ਵਾਰੀ ਫਿਰ UP ਦੀ ਇਹ ਮਿਸਾਲ ਜਿਹੜੀ ਸ਼ਾਇਦ ਬਣੇਗੀ, ਖਾਸ ਕਰਕੇ ਜੇ ਔਰਤਾਂ ਜਿੱਤਦੀਆਂ ਨੇ ਅਸੈਂਬਲੀ ਵਿੱਚ ਜਾਂਦੀਆਂ ਨੇ ਤਾਂ ਮੈਨੂੰ ਲੱਗਦਾ ਉਹ ਪੂਰੇ ਦੇਸ਼ ਵਿੱਚ ਕਿਸੇ ਨਾ ਕਿਸੇ ਤਰ੍ਹਾਂ, ਚਾਹੇ ਉਹ ਲੀਗਲੀ ਹੋਵੇ ਜਾਂ ਚਾਹੇ ਪਾਰਟੀਆਂ ਖੁਦ 'ਚ ਡਿਸਾਈਡ ਕਰਨ,
ਉਮੀਦ ਹੈ ਸਮਾਜ ਵੀ ਇਹਨੂੰ ਐਕਸੈਪਟ ਕਰੇਗਾ ਤੇ ਅੱਗੇ ਅੱਗੇ ਅਸੀਂ ਹੋਰ ਇਕੁਐਲਿਟੀ ਵੱਲ ਨੂੰ ਤੁਰਦੇ ਰਵਾਂਗੇ ਤੇ ਕ੍ਰਾਈਮ ਅਗੇਂਸਟ ਔਮਨ ਸਾਰੇ ਦੇਸ਼ 'ਚ ਹੀ ਬਹੁਤ ਇਸ਼ੂ ਹੈ, ਯੂਪੀ ਵਿੱਚ ਬਹੁਤ ਵੱਡਾ ਇਸ਼ੂ ਹੈ, ਸ਼ਾਇਦ ਉਹਨੂੰ ਥੋੜੀ ਜਿਹੀ ਨੱਥ ਪਏਗੀ। ਤੁਸੀਂ ਦੇਖਦੇ ਰਹੋ ਪੰਜਾਬ ਟੁਡੇ।